ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ 808 ਅੰਗ ਤੇ ਪਹੁੰਚੀ ਹੈ। ਰਾਗ ਬਿਲਾਵਲ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਚਨ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਸਾਹਿਬ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ ਪੰਜਵੇਂ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। 4 ਪਦੇ ਹਨ ਪਾਵਨ ਸ਼ਬਦ ਦੇ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਜੋ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉੱਚਿਆਂ ਕਰ ਦੇਵੇ, ਐਸਾ ਓੰਕਾਰ ਹੈ ਜਿਸ ਦਾ ਨਾਮ ਲਿਆ ਜੀਵ ਦੀ ਰੱਖਿਆ ਹੁੰਦੀ ਹੈ। ਸੰਸਕ੍ਰਿਤ ਦੇ ਅਵ ਧਾਤੂ ਤੋਂ ਓੰਕਾਰ ਬਣਿਆ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਸਰਬ ਦਾ ਰਾਖਾ ਹੈ। ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਨਿਰਾਕਾਰ ਬ੍ਰਹਮ ਸਰੂਪ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਦਾ ਸਾਖਸ਼ਾਤਕਾਰ ਹੁੰਦਾ ਹੈ। ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ। ਇਹ ਜਿਹੜਾ ਮ੍ਰਿਤ ਮੰਡਲ ਹੈ, ਮਾਤ ਲੋਕ ਮ੍ਰਿਤ ਮੰਡਲ ਤਾਂ ਕਹਿੰਦੇ ਆ, ਮਿੱਟੀ ਦੀ ਬਣੀ ਹੈ ਸੰਸਾਰ ਦੀ ਧਰਤੀ ਜਿਹੜੀ ਹੈ, ਇਹਦੇ ਵਿੱਚ ਜੀਵ ਵੀ ਮਿੱਟੀ ਦੇ ਬਣੇ। ਇੱਥੇ ਹਰ ਇੱਕ ਦੀ ਮ੍ਰਿਤੂ ਹੋਣੀ ਹੈ। ਜੋ ਵੀ ਇਹ ਜੀਵ ਜੰਤੂ ਨਜ਼ਰ ਆ ਰਹੇ ਨੇ ਸਭ ਨੇ ਕਾਲ ਵਸ ਹੋਣਾ। ਇਹ ਜਿਹੜਾ ਮ੍ਰਿਤ ਮੰਡਲ ਜਗਤ ਦਾ ਵਾਹਿਗੁਰੂ ਨੇ ਸਾਜਿਆ, ਇਸ ਤਰ੍ਹਾਂ ਹੈ ਜਿਵੇਂ ਰੇਤ ਦਾ ਨਹੀਂ ਕੋਈ ਘਰ-ਬਾਰ ਬਣਾਉਂਦੇ ਬੱਚੇ। ਕਿਸੇ ਦਰਿਆ ਦੇ ਕੰਢੇ ਤੇ ਬਹਿ ਕੇ ਬੱਚੇ ਰੇਤ ਦਾ ਨਾ ਪੈਰ ਵਿੱਚ ਫਸਾ ਕੇ ਉੱਤੇ ਰੇਤ ਦਾ ਕੰਧਾ ਬਣਾ ਕੇ, ਰੇਤ ਦੀ ਝੌਂਪੜੀ ਜੀ ਬਣਾ ਕੇ, ਉਹਦਾ ਕਿੰਨਾ ਕੁ ਵਜੂਦ ਹੁੰਦਾ ਭਲਾ। ਉਹ ਬਾਲੂ ਦੀ ਭੀਤ। ਪਾਤਸ਼ਾਹ ਕਹਿੰਦੇ ਸੰਸਾਰ ਇਸੇ ਤਰ੍ਹਾਂ ਹੈ ਜਿਵੇਂ ਬਾਲੂ ਦਾ, ਰੇਤਾ ਦਾ ਬਣਿਆ ਘਰ-ਬਾਰ ਹੋਵੇ। ਜਿਉਂ ਬਾਲੂ ਘਰ-ਬਾਰ, ਤੇ ਬਾਲੂ ਦੇ ਬਣੇ ਹੋਏ ਘਰ-ਬਾਰ ਦੀ ਕਿੰਨੀ ਕੁ ਅਵਧੀ ਹੁੰਦੀ ਹੈ, ਉਹਦੀ ਕਿੰਨੀ ਕੁ ਹੱਦ ਹੁੰਦੀ ਹੈ, ਕਿੰਨੀ ਕੁ ਉਮਰ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਜੋ ਮ੍ਰਿਤ ਮੰਡਲ ਹੈ, ਇਹ ਮਾਤ ਲੋਕ ਹੈ। ਇਹ ਵਾਹਿਗੁਰੂ ਨੇ, ਪਰਮੇਸ਼ਰ ਨੇ ਬਾਲੂ ਦੇ ਘਰ-ਬਾਰ ਵਾਂਗੂ ਸਾਜਿਆ ਰਚਿਆ ਹੈ। ਬਿਨ ਸਤ ਬਾਰ ਨਾ ਲੱਗ ਗਈ ਜਿਉ ਕਾਗਦ ਬੂੰਦਾਰ। ਇਹਦੇ ਬਿਨਸਦਿਆਂ ਦੇਰੀ ਨਹੀਂ ਲੱਗਦੀ। ਕਿਵੇਂ? ਜਿਵੇਂ ਕਾਗਜ਼ ਦੇ ਉੱਤੇ ਪਾਣੀ ਦੀਆਂ ਬੂੰਦਾਂ ਪੈਣ ਤੇ ਕਾਗਜ਼ ਦਾ ਕੀ ਹਾਲ ਹੁੰਦਾ? ਗਲ ਜਾਂਦਾ ਨਾ, ਖਤਮ ਹੋ ਜਾਂਦਾ ਨਾ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੇ ਬਿਨਸਦਿਆਂ ਦੇਰੀ ਨਹੀਂ ਲੱਗਦੀ। ਬੂੰਦ ਬੂੰਦ ਕਰਕੇ ਜਿਹੜਾ ਸਮਾਂ ਬੀਤ ਰਿਹਾ ਨਾ, ਉਹ ਇਹਨੂੰ ਖਤਮ ਕਰ ਰਿਹਾ। ਜਿਵੇਂ ਕਾਗਜ਼ ਤੇ ਬੂੰਦ ਬੂੰਦ ਪੈਂਦਿਆਂ ਕਾਗਜ਼ ਬਿਨਸ ਜਾਂਦਾ ਹੈ, ਇਸੇ ਤਰ੍ਹਾਂ ਪਲ ਪਲ ਕਰਕੇ, ਛਿਨ ਛਿਨ ਕਰਕੇ ਬੀਤ ਰਿਹਾ ਸਮਾਂ ਇਹ ਸਾਰੇ ਸੰਸਾਰ ਨੂੰ ਕਾਲ ਵਾਲੇ ਪਾਸੇ ਪ੍ਰੇਰ ਕੇ ਲੈ ਕੇ ਜਾ ਰਿਹਾ ਹੈ, ਅੰਤ ਵਾਲੇ ਪਾਸੇ ਲੈ ਕੇ ਜਾ ਰਿਹਾ। ਜਿਵੇਂ ਜਿਵੇਂ ਸਮਾਂ ਬੀਤ ਰਿਹਾ, ਹਰ ਸ਼ੈ ਆਪਣੇ ਅੰਤ ਵੱਲ ਵਧ ਰਹੀ। ਕੱਲੇ ਮਨੁੱਖੀ ਥੋੜੀ ਆਪਣੇ ਅੰਤ ਵੱਲ ਵਧ ਰਹੇ ਨੇ। ਪਸ਼ੂ, ਪੰਛੀ, ਧਰਤੀ, ਆਕਾਸ਼, ਤਾਰੇ, ਸੂਰਜ, ਚੰਦਰਮਾ, ਹਰ ਸ਼ੈ ਜਿਵੇਂ ਜਿਵੇਂ ਸਮਾਂ ਬੀਤ ਰਿਹਾ
ਆਪਣੇ ਅੰਤ ਵਾਲੇ ਪਾਸੇ ਵੱਧ ਰਹੀ ਹੈ, ਜਾ ਰਹੀ ਹੈ। ਹਰ ਸ਼ੈ ਘਟ ਰਹੀ ਹੈ। ਕਹਿੰਦੇ ਆ ਨਾ ਵੀ ਹੁਣ ਜਿਹੋ ਜਿਹੇ ਹਾਲਾਤ ਚੱਲ, ਹੁਣ ਤਾਂ ਸਾਇੰਸ ਵਾਲੇ ਵੀ ਕਹਿੰਦੇ ਆ ਬਹੁਤਾ ਲੰਮਾ ਸਮਾਂ ਨਹੀਂ ਚੱਲਣਾ, ਪਾਣੀ ਸਮਾਪਤ ਹੋ ਰਿਹਾ ਹੈ ਜੀ, ਧਰਤੀ ਦੀ ਸੱਤਾ ਖਤਮ ਹੋ ਰਹੀ ਹੈ, ਇਹਦੇ 'ਚ ਜ਼ਹਿਰ ਪੈਦਾ ਹੋਣ ਲੱਗ ਪਿਆ ਹੈ, ਹਵਾ ਪ੍ਰਦੂਸ਼ਿਤ ਹੋ ਗਈ ਹੈ, ਜ਼ਹਿਰ ਨਾਲ ਭਰ ਗਈ ਹੈ, ਹਰ ਸ਼ੈ ਆਪਣੇ ਅੰਤ ਵਾਲੇ ਪਾਸੇ ਨੂੰ ਜਾ ਰਹੀ ਹੈ। ਅਖੀਰ ਅੰਤ ਤਾਂ ਹੋਣਾ ਹੀ ਹੈ। ਸਾਹਿਬ ਕਹਿੰਦੇ ਜਿਵੇਂ ਕਾਗਜ਼ ਤੇ ਬੂੰਦਾਂ ਪਾਣੀ ਦੀਆਂ ਪੈ ਜਾਣ ਤੇ ਕਾਗਜ਼ ਦੇ ਬਿਨਸਦਿਆਂ ਦੇਰੀ ਨਹੀਂ ਲੱਗਦੀ, ਤੈਸੇ ਸੱਜਣਾ ਇਹ ਸੰਸਾਰ ਵੀ ਐਸਾ ਹੈ, ਇਹਦੇ ਵੀ ਬਿਨਸਦਿਆਂ ਬਾਰ ਦੇਰੀ ਨਹੀਂ ਲੱਗਣੀ। ਸੁਣ ਮੇਰੀ ਮਨਸਾ ਮਨ ਮਾਹੇ, ਸਤ ਦੇਖ ਵਿਚਾਰ। ਇਹ ਮੇਰਿਆ ਮਨਾ, ਤੂੰ ਵਿਚਾਰ ਕੇ ਵੇਖ, ਤੂੰ ਆਪਣੀ ਮਨਸਾ ਨੂੰ ਮਨ 'ਚ ਰੱਖ ਤੇ ਵਿਚਾਰ ਕੇ ਵੇਖ ਇਹ ਸੰਸਾਰ ਕੀ ਹੈ। ਕਦੇ ਵਿਚਾਰ ਤਾਂ ਕਰ, ਤੂੰ ਤਾਂ ਵਿਚਾਰ ਹੀ ਨਹੀਂ ਕਰਦਾ। ਤੂੰ ਲੋਕਾਂ ਨਾਲ ਤਾਂ ਗੱਲਾਂ ਕਰ ਲੈਣਾ, ਸੰਸਾਰ ਨਾਲ ਤਾਂ ਗੱਲਾਂ ਕਰ ਲੈਣਾ, ਪਰ ਕਦੇ ਤੂੰ ਆਪਣੇ ਆਪ ਮਨ ਹੀ ਮਨ 'ਚ ਵਿਚਾਰ ਨਹੀਂ ਕੀਤੀ, ਵੇਖਿਆ ਨਹੀਂ ਵਿਚਾਰ ਕਰਕੇ। ਇਹ ਸੰਸਾਰ ਵੱਲ ਵਿਚਾਰ ਰੂਪੀ ਦ੍ਰਿਸ਼ਟੀ ਨਾਲ ਵੇਖ। ਸਿੱਧ ਸਾਧਕ ਗਿਰਹੀ ਜੋਗੀ, ਤਜ ਗਏ ਘਰ ਬਾਰ। ਵੇਖ ਵਿਚਾਰ ਕੇ ਬੜੇ ਬੜੇ ਸਿੱਧ ਪੁਰਸ਼, ਬੜੇ ਬੜੇ ਸਾਧਕ ਪੁਰਸ਼, ਬੜੇ ਬੜੇ ਗਿਰਹੀ ਜੋਗੀ ਆਪਣਾ ਇਹ ਘਰ ਬਾਰ, ਇਹ ਸੰਸਾਰ ਛੱਡ ਕੇ ਗਏ ਨੇ ਨਾ ਤੇਰੀਆਂ ਅੱਖਾਂ ਦੇ ਸਾਹਮਣੇ। ਬੜੇ ਬੜੇ ਸਿੱਧ ਪੁਰਸ਼ ਗਏ, ਬੜੇ ਬੜੇ ਸਾਧਕ ਚਲੇ ਗਏ, ਗਿਰਹੀ ਗ੍ਰਸਤੀ ਚਲੇ ਗਏ, ਯੋਗੀ ਚਲੇ ਗਏ, ਤੇ ਸੱਜਣਾ ਚਲਾ ਤਾਂ ਤੈਂ ਵੀ ਜਾਣਾ। ਤੂੰ ਵੇਖਦਾ ਕਿਉਂ ਨਹੀਂ ਵਿਚਾਰ ਕੇ? ਕਿਉਂ ਪਦਾਰਥਾਂ ਦੀ ਮਮਤਾ ਵਸ ਹੋ ਕੇ ਆਪਣੇ ਸਮੇਂ ਨੂੰ ਅਜਾਈਂ ਬਤੀਤ ਕਰ ਰਿਹਾ? ਜੋ ਲੋੜ ਦੀ ਵਸਤੂ ਹੈ ਉਹ ਮਿਲ ਹੀ ਜਾਣੀ ਹੈ ਤੈਨੂੰ। ਕਿਉਂ ਇਹਨਾਂ ਦੀ ਚਿੰਤਾ ਕਰਕੇ ਆਪਣਾ ਸਮਾਂ ਅਜਾਈਂ ਬਤੀਤ ਕਰਦਾ? ਵੇਖ ਕਿੱਡੇ ਕਿੱਡੇ ਸਿੱਧ, ਕਿਤਨੇ ਕਿਤਨੇ ਵੱਡੇ ਸਾਧਕ, ਕਿਤਨੇ ਕਿਤਨੇ ਗੋਰਖ ਵਰਗੇ ਯੋਗੀ ਇਸ ਘਰ-ਬਾਰ ਨੂੰ ਛੱਡ ਕੇ ਚਲੇ ਗਏ ਨੇ। ਆ ਸੰਸਾਰ ਰੂਪੀ ਜਿਹੜਾ ਘਰ-ਬਾਰ ਹੈ ਇਹਨੂੰ ਛੱਡ ਕੇ ਚਲੇ ਗਏ ਹਨ। ਕਿੰਨੇ ਮਕਾਨ, ਅੱਜ ਵੀ ਹਜ਼ਾਰਾਂ ਪਿੰਡ ਐਸੇ ਨੇ ਜਿਹੜੇ ਥੇ ਬਣੇ ਹੋਏ ਨੇ, ਜਿੱਥੇ ਕਦੇ ਲੋਕ ਰਹਿੰਦੇ ਸੀ, ਜਿੱਥੇ ਕਦੇ ਆਬਾਦੀਆਂ ਹੁੰਦੀਆਂ ਸੀ, ਉੱਥੇ ਉਜਾੜ ਨੇ, ਉੱਥੇ ਉਜਾੜ ਹੈ। ਔਰ ਲੋਕ ਉਹ ਵੇਖਣ ਜਾਂਦੇ ਆ ਜਗ੍ਹਾ ਵੀ ਇੱਥੇ ਰਹਿੰਦੇ ਸਨ ਲੋਕ, ਪਹਿਲਾਂ ਇੱਥੇ ਦੁਨੀਆ ਰਹਿੰਦੀ ਸੀ। ਹੁਣ ਅੱਜ ਕੱਲ ਉਹ ਲੋਕਾਂ ਦੇ ਸੈਰ ਸਪਾਟੇ ਦਾ ਵੇਖਣ ਦਾ ਸਾਧਨ ਬਣ ਗਏ। ਬੜੇ ਬੜੇ ਪਿੰਡ ਵੀ ਇੱਥੇ ਜੀ ਕੁਝ ਸੈਂਕੜੇ ਸਾਲ ਪਿੰਡ ਸੀਗਾ, ਉਹਦੇ ਆ ਪੱਥਰ ਜੇ ਪਏ ਹੋਏ ਨੇ ਪੁਰਾਣੇ, ਲੋਕਾਂ ਦਾ ਇੱਥੇ ਰਹਿਣ ਸਹਿਣ ਹੁੰਦਾ ਸੀ। ਰਾਜਸਥਾਨ ਦੇ ਵਿੱਚ, ਜੈਸਲਮੇਰ ਦੇ ਇਲਾਕਿਆਂ ਵਿੱਚ ਅੱਜ ਵੀ ਉਹ ਕਈ ਪਿੰਡ ਦੱਸੇ ਜਾਂਦੇ, ਲੋਕ ਵੇਖਣ ਜਾਂਦੇ ਜੀ ਉਹ ਪਿੰਡ ਉੱਥੇ ਵਸਦਾ ਸੀ ਕਿਸੇ ਸਮੇਂ, ਉਹਦੀਆਂ ਨਿਸ਼ਾਨੀਆਂ ਨੇ। ਪਰ ਵੇਖਦੇ ਆ ਲੋਕ, ਉੱਥੇ ਫੋਟੋਆਂ ਖਿੱਚਦੇ ਆ, ਆਨੰਦ ਲੈਂਦੇ ਆ, ਖੁਸ਼ੀਆਂ ਮਨਾਉਂਦੇ ਆ, ਪਰ ਉਸ ਸੱਚਾਈ ਤੋਂ ਮੁਨਕਰ ਨੇ ਕਿ ਕਿੰਨੇ ਨੇ ਜਿਹੜੇ ਨਾ ਘਰ-ਬਾਰਾਂ ਨੂੰ ਛੱਡ ਕੇ ਚਲੇ ਗਏ ਨੇ। ਮਨਾ ਚਲਿਆ ਤਾਂ ਤੈਂ ਵੀ ਜਾਣਾ। ਤੂੰ ਕਿੱਥੇ ਮਮਤਾ ਕਰੀ ਬੈਠਾ? ਸਾਹਿਬ ਸਾਡਾ ਧਿਆਨ ਉਸ ਪਾਸੇ ਲੈ ਕੇ ਜਾ ਰਹੇ ਨੇ। ਐਸਾ ਨਹੀਂ ਮੇਰੇ ਸਾਹਿਬ ਕਹਿੰਦੇ ਵੀ ਮਰ ਜਾਣਾ ਤੇ ਤੁਸੀਂ ਨਮੋਸ਼ੀ ਨਾਲ ਬਹਿ ਜਾਓ, ਮਾਯੂਸ ਹੋ ਜਾਓ। ਪਾਤਸ਼ਾਹ ਮੌਤ ਚੇਤੇ ਕਰਾਉਂਦੇ ਆ ਵੀ ਮੌਤ ਦਾ ਦਿਨ ਆਵੇ, ਉਸ ਤੋਂ ਪਹਿਲਾਂ ਤੁਸੀਂ ਸੁਰਖਰੂ ਹੋ ਜੇ ਕਿ ਹਾਂ ਆਉਂਦੀ ਆ ਜਾਏ ਮੌਤ, ਮੈਂ ਜੋ ਕਰਨਾ ਸੀ ਪਰਮੇਸ਼ਰ ਦੇ ਭਜਨ ਦਾ ਬੇੜਾ ਤਿਆਰ ਕਰਨਾ ਸੀ ਕਰ ਲਿਆ।
ਇਸ ਭਰ ਸਰਵਰ ਤੋਂ ਤਰਨ ਵਾਸਤੇ ਜਿਹੜਾ ਬੇੜਾ ਬੰਨਣਾ ਸੀ ਉਹ ਬੰਨ ਲਿਆ, ਸੁਰਖਰੂ ਹੋ ਜਾਏ। ਇਸ ਕਰਕੇ ਮੌਤ ਚੇਤੇ ਕਰਾਉਂਦੇ ਆ। ਹਾਂਜੀ। ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ। ਇਹ ਸੁਪਨਾ ਹੁੰਦਾ ਨਾ, ਜਿਵੇਂ ਰਾਤ ਨੂੰ ਸੁੱਤੇ ਪਿਆ ਵੇਖਦੇ ਆ, ਕਹਿੰਦੇ ਸੰਸਾਰ ਰਾਤ ਦੇ ਸੁਪਨੇ ਵਾਂਗੂ ਆ। ਸੁਪਨੇ ਦੀ ਸ੍ਰਿਸ਼ਟੀ ਵੀ ਝੂਠੀ ਨਹੀਂ ਕਹਿ ਸਕਦੇ, ਕਿਉਂਕਿ ਉਹ ਦਿਸ ਰਹੀ ਹੈ। ਸਾਡੇ ਗਲੇ ਵਿੱਚ ਇੱਕ ਐਸੀ ਨਾੜੀ ਹੈ ਬੜੀ ਬਾਰੀਕ, ਸੋ ਵਾਲ ਨਾਲੋਂ ਵੀ 100 ਹਿੱਸੇ ਬਾਰੀਕ ਹੁੰਦੀ ਹੈ ਉਹ। ਸਾਡਾ ਮਨ ਜਦੋਂ ਅਸੀਂ ਸੁਪਨੇ 'ਚ ਹੁੰਨੇ ਆ ਉਹਦੇ 'ਚ ਚਲਿਆ ਜਾਂਦਾ। ਸਥੂਲ ਸਰੀਰ ਤੁਹਾਡਾ ਬੈੱਡ ਤੇ ਪਿਆ, ਜਦੋਂ ਮਨ ਉਸ ਨਾੜੀ 'ਚ ਚਲਿਆ ਜਾਂਦਾ, ਉੱਥੇ ਸੂਖਮ ਸਰੀਰ ਜਿਹੜਾ ਸਥੂਲ ਦੇ ਅੰਦਰ ਹੈ ਉਹ ਕਿਰਿਆ ਕਰਨ ਲੱਗ ਪੈਂਦਾ। ਸੂਖਮ ਸਰੀਰ ਸੂਖਮ ਚੀਜ਼ਾਂ ਨੂੰ ਵੇਖਦਾ, ਉੱਥੇ ਉਹ ਸ੍ਰਿਸ਼ਟੀ ਵੇਖਦਾ, ਉੱਥੇ ਉਹ ਘਰ-ਬਾਰ ਵੇਖਦਾ, ਉੱਥੇ ਉਹ ਆਪਣੇ ਆਪ ਨੂੰ ਵੀ ਵੇਖਦਾ, ਉੱਥੇ ਦੂਜਿਆਂ ਨੂੰ ਵੀ ਵੇਖਦਾ। ਉਹ ਸੂਖਮ ਵਰਤਾਰਾ ਸਾਰਾ ਸੁਪਨੇ 'ਚ ਨਜ਼ਰ ਆਉਂਦਾ। ਸੁਪਨੇ ਦਾ ਬੜਾ ਵਿਸ਼ਾਲ ਮੰਡਲ ਹੈ। ਲੋਕ ਸੁਪਨੇ ਦੀਆਂ ਪ੍ਰਭਾਸ਼ਾਵਾਂ ਤੋਂ ਜੀਵਨ ਦੀ ਅਗਲੇ ਆਉਣ ਵਾਲੇ ਸਮੇਂ ਦੀ ਯਾਤਰਾ ਨੂੰ ਵੀ ਸਮਝ ਲੈਂਦੇ। ਸੁਪਨ ਮੰਡਲ ਦੇ ਬਾਰੇ ਵੀ ਬਹੁਤ ਕੁਝ ਕਿਹਾ ਗਿਆ, ਬਹੁਤ ਕੁਝ ਲਿਖਿਆ ਗਿਆ। ਇਦਾਂ ਦੇ ਸੁਪਨੇ ਆਉਣ ਤਾਂ ਕੀ ਹੁੰਦਾ, ਇਦਾਂ ਦੇ ਸੁਪਨੇ ਆਉਣ ਤਾਂ ਕੀ ਹੁੰਦਾ, ਇਦਾਂ ਦਾ ਸੁਪਨਾ ਹੋਵੇ ਤਾਂ ਕੀ ਹੁੰਦਾ। ਤੁਸੀਂ ਅਚਾਨਕ ਦੌੜੇ ਜਾਂਦੇ ਹੋ ਸੁਪਨੇ ਵਿੱਚ, ਕੋਈ ਡਰ ਕੇ ਨਾਲ ਦੌੜੇ ਜਾਂਦੇ ਹੋ, ਤੁਸੀਂ ਦੌੜਦਿਆਂ ਦੌੜਦਿਆਂ ਉੱਡਣ ਲੱਗ ਪੈਂਦੇ ਹੋ। ਤੁਸੀਂ ਯਤਨ ਕਰਦੇ ਹੋ ਪੈਰ ਜ਼ਮੀਨ ਤੇ ਲੱਗ ਜਾਣ, ਨਹੀਂ ਲੱਗਦੇ, ਦੌੜਦੇ ਹੋ, ਉੱਡਣ ਲੱਗ ਪੈਂਦੇ ਹੋ। ਥੋੜਾ ਜਿਹਾ ਪਲਾਂਘ ਮਾਰਦੇ ਹੋ, ਪੁੱਟ ਕੇ ਦੂਰ ਚਲੇ ਜਾਂਦੇ ਹੋ। ਕਿਉਂ ਹੁੰਦਾ ਐਸਾ? ਕਿਉਂਕਿ ਉੱਥੇ ਆ ਸਥੂਲ ਧਰਤੀ ਨਹੀਂ ਹੈ, ਸੂਖਮ ਜਗਤ ਹੈ, ਔਰ ਸੂਖਮ ਜਗਤ ਵਿੱਚ ਗਰੁਤਾ ਸ਼ਕਤੀ ਨਾ ਹੋਣ ਕਰਕੇ ਸੂਖਮ ਸਰੀਰ ਉੱਡਦਾ ਫਿਰਦਾ। ਸੂਖਮ ਮੰਡਲ ਦਾ ਉਹ ਵਰਤਾਰਾ ਜੋ ਵੀ ਸੁਪਨੇ ਵਿੱਚ ਅਸੀਂ ਵੇਖ ਰਹੇ ਹਾਂ, ਨੇਤਰ ਖੁੱਲਦਿਆਂ ਸਾਰ ਸਭ ਸਮਾਪਤ ਹੋ ਜਾਂਦਾ, ਸਭ ਕੁਝ ਸਮਾਪਤ ਹੋ ਜਾਂਦਾ। ਸੁਪਨੇ ਕਿ ਤੁਸੀਂ ਡਰ ਰਹੇ ਸੀ, ਇੱਕਦਮ ਅੱਖਾਂ ਖੋਲੀਆਂ, ਉਹ ਇਹ ਤਾਂ ਸੁਪਨਾ ਸੀ। ਪਸੀਨੋ ਪਸੀਨੀ ਹੋਏ ਹੋ, ਸਰੀਰ ਸਥੂਲ ਵੀ ਭਿੱਜ ਗਿਆ, ਪਰ ਇੱਕਦਮ ਜਦੋਂ ਅੱਖਾਂ ਖੁੱਲੀਆਂ, ਨਹੀਂ ਇਹ ਤਾਂ ਸੁਪਨਾ ਸੀ, ਬੰਦਾ ਫਿਰ ਸਥਿਰ ਹੋ ਜਾਂਦਾ, ਸੁਪਨਾ ਸੀ। ਜਿਤਨਾ ਮਰਜੀ ਸੁੰਦਰ ਤੋਂ ਸੁੰਦਰ ਸੁਪਨਾ ਤੇ ਭਿਆਨਕ ਤੋਂ ਭਿਆਨਕ ਸੁਪਨਾ ਉਦੋਂ ਤੱਕ ਹੀ ਵੇਖ ਰਹੇ ਜਦੋਂ ਤੱਕ ਅੱਖਾਂ ਬੰਦ ਨੇ। ਜਦੋਂ ਖੁੱਲ ਗਈਆਂ, ਸੁੰਦਰ ਸੁਪਨਾ ਵੀ ਚਲਾ ਜਾਂਦਾ ਤੇ ਭਿਆਨਕ ਵੀ ਚਲਿਆ ਜਾਂਦਾ। ਇਹ ਸੰਸਾਰ ਵੀ ਇੱਕ ਸੁਪਨਾ ਹੈ। ਅਵਿਦਿਆ ਦੀ ਨੀਂਦ ਵਿੱਚ ਪਿਆ ਹੋਇਆ ਮਨੁੱਖ ਇਹ ਸੁਪਨਾ ਵੇਖ ਰਿਹਾ। ਜਿਸ ਦਿਨ ਗਿਆਨ ਦੀ ਅਵਸਥਾ ਦੇ ਵਿੱਚ, ਜਾਗਰਤ ਅਵਸਥਾ ਵਿੱਚ ਆਵੇਗਾ, ਜਾਗਦਿਆਂ ਸਾਰੇ ਸੁਪਨਾ ਵਿਲੈ ਹੋ ਜਾਏਗਾ। ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਇਹ ਦ੍ਰਿਸ਼ਟੀ ਬਣ ਜਾਏਗੀ। ਸਾਹਿਬ ਕਹਿੰਦੇ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ। ਜਿਵੇਂ ਰਾਤ ਦਾ ਸੁਪਨਾ ਵੇਖਦੇ ਆ, ਤੈਸਾ ਹੀ ਇਹ ਸੰਸਾਰ ਇੱਕ ਅਵਿਦਿਆ ਰੂਪੀ ਰਾਤ ਦਾ, ਨਿੰਦਰਾ ਦਾ ਸੁਪਨ ਹੈ। ਦ੍ਰਿਸ਼ਟ ਮਾਨ ਸਭ ਬਿਨਸੀਐ, ਕਿਆ ਲੱਗ ਹੈ ਗਵਾਰ। ਇਹ ਗਵਾਰ, ਇਹ ਜੋ ਕੁਝ ਵੀ ਦਿਸ ਰਿਹਾ, ਗਵਾਰ ਸੰਬੋਧਨ ਕਰਕੇ ਕਹਿ ਰਹੇ ਨੇ ਸਾਨੂੰ, ਹੈ ਗਵਾਰ ਬੰਦੇ, ਬੇਸਮਝ ਬੰਦੇ, ਬੇਵਕੂਫ ਇਨਸਾਨ, ਸੁਣ, ਆ ਜੋ ਕੁਝ ਵੀ ਤੂੰ ਵੇਖ ਰਿਹਾ, ਇਹ ਦ੍ਰਿਸ਼ਟਮਾਨ, ਇਹ ਸਾਰਾ ਬਿਨਸਣ ਵਾਲਾ। ਤੂੰ ਇਹਦੇ ਨਾਲ ਕਿਉਂ ਜੱਫੇ ਪਾਉਣਾ, ਕਿਉਂ ਇਹਦੇ ਨਾਲ ਲੱਗਦਾ? ਸਰੀਰ ਕਰਕੇ ਕਈ ਵਸਤੂਆਂ ਛੱਡ ਦਿੰਦਾ ਬੰਦਾ, ਮਨ ਕਰਕੇ ਤਾਂ ਪਕੜ ਬਣੀ ਰਹਿੰਦੀ ਹੈ। ਸਾਹਿਬ ਕਹਿੰਦੇ ਆ ਤਿਆਗਣਾ ਹੈ ਤਾਂ ਮਨ ਕਰਕੇ ਤਿਆਗ। ਮਨ 'ਚ ਲਾਲਸਾ ਹੀ ਨਾ ਹੋਵੇ, ਕਿਸੇ ਪ੍ਰਕਾਰ ਦੀ ਪਦਾਰਥ ਦੀ ਕਾਂਖਾ ਹੀ ਨਾ ਰਹੇ।
ਕਹਿੰਦੇ ਇਹ ਜੋ ਕੁਝ ਵੀ ਵੇਖ ਰਿਹਾ ਸਭ ਬਿਨਸਣ ਵਾਲਾ ਹੈ। ਹੇ ਗਵਾਰ, ਤੂੰ ਕਿਉਂ ਇਹਦੇ ਨਾਲ ਲੱਗਿਆ ਹੋਇਆ, ਕਿਉਂ ਇਹਦੇ ਨਾਲ ਜੁੜਿਆ ਹੋਇਆ? ਕਹਾ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਖੋਲੋ ਅੱਖਾਂ ਆਪਣੀਆਂ ਵਿਵੇਕ ਦੀਆਂ ਤੇ ਨੇਤਰ ਪਸਾਰ ਕੇ ਵੇਖ, ਕਿੱਥੇ ਨੇ ਉਹ ਤੇਰੇ ਭਰਾ, ਕਿੱਥੇ ਨੇ ਉਹ ਤੇਰੇ ਮਿੱਤਰ? ਕਿਸੇ ਨੇ ਤੇਰੇ ਨਾਲ ਨਹੀਂ ਜੇ ਨਿਭਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ। ਕਿੱਥੇ ਨੇ ਭਲਿਆ? ਇਹਨਾਂ ਵਿੱਚੋਂ ਕਿਸੇ ਵੀ ਤੇਰੇ ਨਾਲ ਨਹੀਂ ਨਿਭਣਾ। ਇੱਕ ਚਾਲੇ ਇੱਕ ਚਾਲ ਸਹ, ਸਭ ਆਪਣੀ ਵਾਰ। ਇੱਕ ਚਲੇ ਗਏ ਨੇ, ਇੱਕ ਜਾ ਰਹੇ ਨੇ, ਸਭ ਆਪੋ ਆਪਣੀ ਵਾਰੀ ਨਾਲ। ਸਭ ਆਪਣੀ ਵਾਰ, ਸਭ ਆਪੋ ਆਪਣੀ ਵਾਰੀ ਨਾਲ। ਇੱਕ ਚਲੇ ਗਏ ਨੇ, ਇੱਕ ਜਾ ਰਹੇ ਨੇ। ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਪੁੰਨ ਜਾਏ। ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਗਨ ਸ੍ਰੀ ਉਪਰ ਮਰਨਾ। ਇੱਕ ਚਲੇ ਗਏ ਨੇ, ਉਹਨਾਂ ਨੂੰ ਗਿਆ ਹੋਇਆਂ ਨੂੰ ਤਾਂ ਵੇਖ ਲੈ, ਉਹ ਵੀ ਤੇਰੇ ਨਾਲ ਹੀ ਸੀ ਨਾ ਜਨਮੇ ਹੋਏ, ਜਿਨ੍ਹਾਂ ਨਾਲ ਖੇਡਦਾ ਰਿਹਾ। ਚਲੇ ਗਏ। ਇੱਕ ਜਾਣ ਵਾਲੇ ਨੇ, ਰਹਿਣ ਵਾਲੇ ਵੀ ਚਲੇ ਜਾਣਗੇ। ਇਸ ਕਰਕੇ ਸੱਜਣਾ, ਸਾਰੇ ਆਪੋ ਆਪਣੀ ਵਾਰੀ ਨਾਲ ਜਾ ਰਹੇ। ਜੇ ਸਭ ਜਾ ਰਹੇ ਨੇ ਤੇ ਇੱਕ ਵਾਰੀ ਤੇਰੀ ਵੀ ਤਾਂ ਆਉਣੀ ਹੈ ਨਾ ਕਿਤੇ। ਇਹ ਤੂੰ ਭੁਲੇਖੇ ਵਿੱਚ ਮਤ ਰਹੀਂ ਕਿ ਦੂਜਿਆਂ ਦੇ ਸਿਰ ਤੇ ਆਉਣੀ ਹੈ, ਤੇਰੇ ਤੇ ਵੀ ਆਉਣੀ ਇੱਕ ਦਿਨ। ਹਾਂਜੀ। ਜਿਨ ਪੂਰਾ ਸਤਿਗੁਰ ਸੇਵਿਆ, ਸੇ ਅਸਥਿਰ ਹਰ ਦੁਆਰ। ਜਿਨ੍ਹਾਂ ਨੇ ਆਪਣੇ ਪੂਰੇ ਸਤਿਗੁਰਾਂ ਨੂੰ ਸੇਵਿਆ, ਪੂਰੇ ਸਤਿਗੁਰਾਂ ਨੂੰ ਅਰਾਧਿਆ, ਉਹ ਅਸਥਿਰ ਹੋ ਗਏ, ਟਿਕ ਗਏ ਹਰੀ ਦੇ ਦੁਆਰ ਤੇ। ਉਹ ਫਿਰ ਨਹੀਂ ਬਿਨਸਦੇ, ਨਾ ਜੰਮਦੇ ਨੇ ਨਾ ਮਰਦੇ ਨੇ। ਸदैवी ਤੌਰ ਤੇ ਫਿਰ ਇੱਕ ਘਰ ਦੇ ਵਿੱਚ ਸਥਿਰ ਹੋ ਗਏ, ਟਿਕ ਗਏ। ਕੌਣ ਟਿਕੇ? ਜਿਹੜਾ ਆਪਣੇ ਸਤਿਗੁਰਾਂ ਨੂੰ ਸੇਵਿਆ। ਪੰਚਮ ਪਾਤਸ਼ਾਹ ਕਹਿੰਦੇ, ਜਿਹੜਾ ਆਪਣੇ ਗੁਰੂ ਦਾ ਸੇਵਨ ਕੀਤਾ, ਸੇਵਿਆ। ਸੇਵਨ ਦਾ ਮਤਲਬ ਮਾਣਿਆ ਹੈ ਗੁਰੂ ਕੀ ਸੰਗਤ ਨੂੰ ਹਿਰਦੇ 'ਚ। ਕਹਿੰਦੇ ਫਲਾਣਾ ਫਲਾਣੀ ਵਸਤੂ ਦਾ ਸੇਵਨ ਕਰਦਾ, ਯਾਨੀ ਕਿ ਖਾਂਦਾ। ਉਹ ਆਦਤ ਹੈ ਉਹਨੂੰ ਇਸ ਵਸਤੂ ਦੀ। ਜਦੋਂ ਸਤਿਗੁਰਾਂ ਦੀ ਸੇਵਾ ਦੀ ਬਾਤ ਹੁੰਦੀ ਹੈ ਤੇ ਸੇਵਾ ਕੇਵਲ ਸਰੀਰਕ ਕਿਰਿਆ ਨਹੀਂ ਹੈ, ਉਹ ਸੇਵਾ ਸਾਡੇ ਹਿਰਦੇ ਵਿੱਚ ਉਤਰਿਆ ਹੋਇਆ ਗੁਰੂ ਦਾ ਪ੍ਰਸਾਦ ਹੈ, ਗੁਰੂ ਦੀ ਕਰੁਣਾ ਹੈ। ਮਤ ਕੋਈ ਜਾਣੇ ਕਿ ਮੈਂ ਸਰੀਰਕ ਤੌਰ ਤੇ ਝਾੜੂ ਫੇਰਦਾ ਜਾਂ ਸਰੀਰਕ ਤੌਰ ਤੇ ਹੱਥਾਂ ਨਾਲ ਜੋੜੇ ਝਾੜ ਰਿਹਾ, ਭਾਂਡੇ ਮਾਂਜ ਰਿਹਾ, ਜਾਂ ਸੰਗਤ ਵਿੱਚ ਬੈਠਾ ਸਰੀਰਕ ਤੌਰ ਤੇ ਕਥਾ ਕੀਰਤਨ ਸੁਣ ਰਿਹਾ, ਤੇ ਕੇਵਲ ਸਰੀਰ ਵੱਲੋਂ ਕੀਤੀ ਸੇਵਾ। ਇਹ ਸੇਵਾ ਹਿਰਦੇ ਵਿੱਚ, ਧੁਰ ਹਿਰਦੇ ਵਿੱਚ ਉਤਰਦੀ। ਬਾਸ਼ਰਤ ਹੈ ਸਮਰਪਿਤ ਹੋ ਕੇ ਕਰ ਰਿਹਾ ਹੋਵੇ, ਵਿਖਾਵੇ ਲਈ ਨਹੀਂ, ਸਮਰਪਣ ਭਾਵ ਨਾਲ ਕਰ ਰਿਹਾ ਹੋਵੇ। ਤਾਂ ਜਿਹੜੇ ਇਸ ਤਰ੍ਹਾਂ ਸਤਿਗੁਰਾਂ ਨੂੰ ਸੇਵਦੇ ਨੇ, ਅਸਥਿਰ ਹਰ ਦੁਆਰ, ਉਹ ਹਰੀ ਦੇ ਦੁਆਰ ਤੇ ਸਦਾ ਲਈ ਟਿਕ ਜਾਂਦੇ ਨੇ। ਜਿਉ ਜਲ ਮੈਂ ਜਲ ਆਹੇ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ। ਉੱਥੇ ਸਦਾ ਲਈ ਵਿਸ਼ਰਾਮ ਤੇ ਟਿਕਾਣਾ ਨਿਰੰਕਾਰ ਦੇ ਘਰ ਵਿੱਚ ਪ੍ਰਾਪਤ ਕਰ ਲੈਂਦੇ ਹਨ ਰੱਬ ਦੇ ਪਿਆਰੇ। ਹਾਂਜੀ। ਜਨ ਨਾਨਕ ਹਰ ਕਾ ਦਾਸ ਹੈ, ਰਾਖ ਪੈਜ ਮੁਰਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹੇ ਹਰੀ, ਮੈਂ ਤੇਰੇ ਚਰਨਾਂ ਦਾ ਦਾਸ ਹਾਂ, ਰਾਖ ਪੈਜ ਮੁਰਾਰ। ਹੇ ਮੁਰਾਰੀ, ਮੇਰੀ ਪੈਜ ਰੱਖ ਲੋ।
ਮੇਰੀ ਪੱਤ ਰੱਖ ਲਓ ਮਹਾਰਾਜ ਜੀ, ਮੈਂ ਤੁਹਾਡੀ ਸ਼ਰਨ ਚ ਹਾਂ ਮੁਰਾਰ ਜੀ, ਤੁਹਾਡਾ ਦਾਸ ਹਾਂ, ਮੇਰੀ ਪੈਜ ਰੱਖ ਲਓ, ਪੱਤ ਰੱਖ ਲਓ। ਇਹ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਵਚਨ ਨੇ, ਗੁਰੂ ਸਾਹਿਬ ਦੀ ਦਇਆ ਨਾਲ, ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਵਿਚਾਰੇ ਨੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ, ਬੇਨਤੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲੁਆਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਉਹਨਾਂ ਸਮੂਹ ਸ਼ਹੀਦਾਂ ਦੇ ਇਤਿਹਾਸ ਦੀ ਕਥਾ ਜੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਾਮ ਦੀ ਕਥਾ 9 ਜੂਨ ਨੂੰ ਆਰੰਭ ਕੀਤੀ ਗਈ ਸੀ, ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਦੀ ਸਮਾਪਤੀ 17 ਅਕਤੂਬਰ ਦੇ ਐਤਵਾਰ ਨੂੰ ਸ਼ਾਮ ਨੂੰ 4:30 ਤੋਂ 5:30 ਵਜੇ ਤੱਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੀ ਜਾਵੇਗੀ। ਉਪਰੰਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਦੀ ਅਰਦਾਸ ਬੇਨਤੀ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਉਸ ਦਿਨ ਕੱਤਕ ਦੀ ਸੰਕਰਾਂਤ ਦਾ ਦਿਨ ਵੀ ਹੈ, ਐਤਵਾਰ ਹੈ, ਛੁੱਟੀ ਦਾ ਦਿਨ ਵੀ ਹੈ। ਸਮੂਹ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ, ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਰਹਿਮਤਾਂ ਦੇ, ਦਇਆ ਦੇ ਪਾਤਰ ਬਣੋ। ਇਹ ਬੇਨਤੀਆਂ ਸਮੂਹ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।